ਗੁਰਦੁਆਰਾ ਰਕਾਬਗੰਜ ਸਾਹਿਬ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ। ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ 19 ਦਸੰਬਰ ਨੂੰ ਆ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਹਿਬਾਂ ਦੇ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ 18 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਾਮ ਸੋਦਰ ਦੇ ਪਾਠ ਤੋਂ ਲੈ ਕੇ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸੱਜਣਗੇ। 19 ਦਸੰਬਰ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸੱਜਣਗੇ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਹੱਥੀਂ ਸੇਵਾ ਕਰਕੇ ਮਨੁੱਖਾ ਜਨਮ ਨੂੰ ਸਫਲਾ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेरे कवन कवन गुण कह कह गावा, तू साहिब गुणी निदाना। तुमरी महिमा बरन ना सकूं, तू ठाकुर ऊच भगवाना। ना हूँ जति सती नहीं पढ़िया, मूर्ख मुगदा जन्म पया। प्रणवत नानक तिन की शरणा, जिन तू नाही विसरिया। फिरत फिरत प्रभ आया, परया तो शरणाए। नानक की प्रभ बेनती, अपनी भगति लाए। नानक की प्रभ बेनती, अपनी भगति लाए। जुगो जुग अटल चवर छतर तख्त दे मालक, शब्द गुरु हाजरा हजूर सतगुरु। धन धन साहिब श्री गुरु ग्रंथ साहिब जी महाराज सच्चे पातशाह जी दी पावन पवित्र हजूरी अंदर श्री हरकृष्ण ध्याई है, जिस डिठै सब दुख जाए। ऐसियां महान बख्शिशां वडियाइयां दे मालक बाला प्रीतम गुरु हरकृष्ण साहिब महाराज सच्चे पातशाह जी दे पावन पवित्र चरण छो प्राप्त इतिहासक अस्थान गुरुद्वारा श्री बंगला साहिब जी विखे और मीडिया दे राहीं घर बैठ के सुरती दे मार्ग दे राहीं सजे हुए दीवान विच हाजरी भर के चिम चिम बरसै अमृत धारा, मन पीवै सुन शब्द विचारा। अमृतमयी बाणी धुर की बाणी श्री आसा की वार दा शब्द कीर्तन सरवण कर आत्मक आनंद नूं माणदे होए जीवन दे विचों समय नूं सफला बना रही सतगुरु साहिब जी दी साजी नवाजी अति सत्कारयोग गुरु प्यारी गुरु सवारी साध संगत जीओ धनता दे योग हो।
ਸਤਿਗੁਰੂ ਸਾਹਿਬ ਜੀ ਦਾ ਰਹਿਮ ਕਰਮ ਹੋਇਆ ਹੈ। ਸਾਨੂੰ ਸਾਰਿਆਂ ਨੂੰ ਸਤ ਸੰਗਤ ਦੀਆਂ ਇਹ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਹਨ। ਪਾਵਨ ਗੁਰਦਰਬਾਰ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ। ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਦਾ ਲੜੀਵਾਰ ਵਿਚਾਰ ਅਧੀਨ ਸ਼ਬਦ, ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਰਾਹੀਂ ਸਰਵਣ ਕੀਤਾ ਹੈ। ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਦੇ ਰਾਹੀਂ ਰਾਗ ਪ੍ਰਭਾਤੀ ਵਿੱਚ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1351 ਉੱਪਰ ਸੁਭਾਇਮਾਨ ਹੈ। ਇਹਨਾਂ ਅੰਮ੍ਰਿਤ ਬਚਨਾਂ ਦੇ ਰਾਹੀਂ ਭਗਤ ਸਾਹਿਬ ਜੀ ਨੇ ਮਾਨਵਤਾ ਦੇ ਵਾਸਤੇ ਬਹੁਤ ਹੀ ਨਰੋਈ ਸਿੱਖਿਆ ਬਖਸ਼ਿਸ਼ ਕੀਤੀ ਹੈ। ਜੋ ਭਗਤ ਜੀ ਨੇ ਸਾਨੂੰ ਸਮਝਾਉਣਾ ਚਾਹਿਆ ਹੈ, ਆਓ ਸਾਰੇ ਹੀ ਰਲ ਮਿਲ ਕੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸ਼ਬਦ ਵਿੱਚ ਟਿਕਾਈਏ ਤਾਂ ਕਿ ਇਹ ਸਿੱਖਿਆ ਅਸੀਂ ਸਮਝ ਸਕੀਏ, ਸਮਝ ਕੇ ਆਪਣੇ ਜੀਵਨ ਵਿੱਚ ਕਮਾ ਸਕੀਏ ਤਾਂ ਕਿ ਸਾਡਾ ਜੀਵਨ ਸੋਹਣਾ ਬਣ ਸਕੇ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਬਖਸ਼ੋ ਅਸੀਸ, ਪਿਆਰ ਵਿੱਚ ਆ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਸਾਹਿਬ ਜੀ ਦੀ ਅੰਮ੍ਰਿਤ ਰਚਨਾ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਦੀ ਪਰਮਾਤਮਾ ਪ੍ਰਤੀ ਸ਼ਰਧਾ, ਪਰਮਾਤਮਾ ਤੇ ਵਿਸ਼ਵਾਸ ਉਹਨਾਂ ਦੇ ਅੰਮ੍ਰਿਤ ਬਚਨਾਂ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਜੋ ਉਹਨਾਂ ਦੇ ਆਪਣੇ ਜੀਵਨ ਦਾ ਅਨੁਭਵ ਹੈ, ਅਨਮਤੀ ਪੂਜਾ ਅਰਚਨਾ ਤੋਂ ਉੱਪਰ ਉੱਠ ਕੇ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਦਾ ਮਾਰਗ ਅਖਤਿਆਰ ਕੀਤਾ ਤੇ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਜੋ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਨੁਭਵ ਹੋਇਆ, ਉਹ ਆਪਣੇ ਜੀਵਨ ਦਾ ਅਨੁਭਵ ਉਹਨਾਂ ਨੇ ਸੰਸਾਰ ਦੇ ਸਾਹਮਣੇ ਰੱਖਿਆ। ਜਿੰਨਾ ਚਿਰ ਅਨੁਭਵ ਨਹੀਂ ਹੈ ਕਿਤਾਬੀ ਗਿਆਨ ਦੇ ਨਾਲ, ਉਹ ਆਤਮਿਕ ਅਵਸਥਾ ਨਹੀਂ ਬਣ ਸਕਦੀ। ਜਿੰਨਾ ਚਿਰ ਪ੍ਰੈਕਟੀਕਲੀ ਰੂਪ ਦੇ ਵਿੱਚ ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵਿਚਾਰਦੇ ਹਾਂ, ਜਿੰਨਾ ਚਿਰ ਇਹ ਪੜ੍ਹਿਆ ਗਾਵਿਆ ਸੁਣਿਆ ਵਿਚਾਰਿਆ ਸਾਡੇ ਨਿੱਜੀ ਜੀਵਨ ਦੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਕੇਵਲ ਤੇ ਕੇਵਲ ਇਹ ਕਈਆਂ ਤੇ ਕਹੀਆਂ ਹੋਈਆਂ ਕਥਾ ਕਹਾਣੀਆਂ ਹੀ ਬਣ ਕੇ ਰਹਿ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਵਿਚਾਰਧਾਰਾ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਆਪਣੇ ਜੀਵਨ ਦਾ ਅਨੁਭਵ ਬਣ ਜਾਂਦਾ ਹੈ। ਸਾਰਾ ਸੰਸਾਰ ਇਸ ਭਰਮ ਦੇ ਵਿੱਚ ਤੁਰਿਆ ਫਿਰਦਾ ਹੈ। ਕਿਸੇ ਨੇ ਕਿਹਾ ਪ੍ਰਮਾਤਮਾ ਇਸ ਜਗ੍ਹਾ ਰਹਿੰਦਾ ਹੈ, ਕਿਸੇ ਨੇ ਕਿਹਾ ਪ੍ਰਮਾਤਮਾ ਇਸ ਜਗ੍ਹਾ ਰਹਿੰਦਾ ਹੈ, ਕੋਈ ਕਹਿੰਦਾ ਪ੍ਰਮਾਤਮਾ ਦਾ ਆਹ ਰੂਪ ਹੈ, ਕੋਈ ਕਹਿੰਦਾ ਪ੍ਰਮਾਤਮਾ ਦਾ ਆਹ ਰੂਪ ਹੈ। ਪਰ ਭਗਤ ਨਾਮਦੇਵ ਸਾਹਿਬ ਜੀ ਦੀ ਜਦੋਂ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਹਾਂ, ਉਹਨਾਂ ਨੇ ਜੋ ਉਹਨਾਂ ਦੇ ਜੀਵਨ ਦਾ ਅਨੁਭਵ ਹੈ, ਉਸ ਅਨੁਭਵ ਨੂੰ ਬੜੇ ਸੁੰਦਰ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖਿਆ ਕਿ ਸੰਸਾਰ ਦੇ ਲੋਕੋ, ਮਤਾਂ ਜੀਵਨ ਵਿੱਚ ਇਸ ਭਰਮ ਵਿੱਚ ਰਹਿਣਾ ਕਿ ਉਹ ਪ੍ਰਮਾਤਮਾ ਕੇਵਲ ਐਸ ਰੂਪ ਵਿੱਚ ਹੈ, ਉਸ ਪ੍ਰਮਾਤਮਾ ਦੀ ਆਹ ਤਸਵੀਰ ਹੈ, ਉਸ ਪ੍ਰਮਾਤਮਾ ਦਾ ਕੇਵਲ ਆਹ ਰੂਪ ਹੈ। ਉਹ ਕਹਿੰਦੇ ਉਹ ਪ੍ਰਮਾਤਮਾ ਕਿਸੇ ਵਿਸ਼ੇਸ਼ ਥਾਂ ਤੇ ਬੈਠਾ ਹੋਇਆ ਨਹੀਂ,
ਉਸ ਪਰਮਾਤਮਾ ਦਾ ਕੋਈ ਵਿਸ਼ੇਸ਼ ਇੱਕ ਰੂਪ ਨਹੀਂ, ਉਹ ਸਮੁੱਚੀ ਮਾਨਵਤਾ ਦੇ ਵਿੱਚ ਸਮਾਇਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਜਦੋਂ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਨਾ, ਗੁਰਬਾਣੀ ਦੀ ਆਰੰਭਤਾ ਹੀ ਇੱਥੋਂ ਕੀਤੀ ਕਿ ਉਹ ਪਰਮਾਤਮਾ ਇੱਕ ਹੈ, ਸਜੀਵੀ ਹੋਣ ਵਾਲਾ ਹੈ, ਉਹਦਾ ਨਾਮ ਸੱਚਾ ਹੈ। ਤੇ ਨਾਲ ਅਗਲੀ ਜਿਹੜੀ ਗੱਲ ਕਹੀ, ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਉਹਦੀ ਸਭ ਤੋਂ ਵੱਡੀ ਵਡਿਆਈ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਜਿਹੜਾ ਕਰਤਾ ਹੀ ਨਹੀਂ ਹੈ, ਉਹ ਕਰਤਾ ਪੁਰਖ ਹੈ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ। ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਇਸ ਗੱਲ ਨੂੰ ਅਸੀਂ ਕਦੀ ਆਪਣੇ ਜੀਵਨ ਵਿੱਚ ਇਹਦਾ ਅਹਿਸਾਸ ਨਹੀਂ ਬਣਾਇਆ। ਜੇ ਇਹ ਅਹਿਸਾਸ ਬਣ ਜੇ ਤੇ ਸਾਡੇ ਜੀਵਨ ਦੀ ਬੜੀ ਵੱਡੀ ਪ੍ਰਾਪਤੀ ਹੈ ਕਿ ਉਹ ਵਿਆਪਕ ਹੈ, ਉਹਦੀ ਜੋਤ ਸਾਰਿਆਂ ਦੇ ਵਿੱਚ ਹੈ। ਇਹ ਗੱਲ ਨੂੰ ਸਮਝਾਉਣ ਵਾਸਤੇ ਭਗਤ ਨਾਮਦੇਵ ਜੀ ਨੇ ਬੜੇ ਪਿਆਰੇ ਬਚਨ ਕੀਤੇ। ਉਹ ਕਹਿੰਦੇ ਨੇ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਕੋਈ ਇਹਦੇ ਵਿੱਚ ਭਰਮ ਵਾਲੀ ਗੱਲ ਨਹੀਂ ਹੈ। ਭਗਤ ਸਾਹਿਬ ਜੀ ਕਹਿੰਦੇ ਨੇ ਉਹ ਤੇ ਇੱਕ ਵੀ ਹੈ ਤੇ ਉਹ ਅਨੇਕ ਵੀ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਤੇ ਕਿਵੇਂ ਸਮਾਇਆ ਹੋਇਆ? ਕਹਿੰਦੇ ਮੈਨੂੰ ਜੋ ਸਮਝ ਆਈ ਹੈ ਉਹ ਇੱਕ ਹੀ ਸਮਝ ਆਈ ਹੈ ਕਿ ਜਤ ਦੇਖੋ ਤਤ ਸੋਈ। ਇਸੇ ਨੂੰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੇ ਵਿੱਚ ਹੋਰ ਸਪਸ਼ਟ ਕੀਤਾ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਮਾਇਆ ਚਿਤਰ ਬਚਿਤਰ ਬਮੋਹਤ ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਦੇ ਤੋਂ ਬਿਨਾ ਹੈ ਹੀ ਨਹੀਂ। ਇਹ ਉਹਨਾਂ ਦੇ ਆਪਣੇ ਜੀਵਨ ਦਾ ਅਨੁਭਵ ਹੈ। ਉਹਨਾਂ ਨੇ ਇਸ ਗੱਲ ਨੂੰ ਅਨੁਭਵ ਕੀਤਾ ਹੈ ਕਿ ਉਹਦੇ ਤੋਂ ਬਿਨਾ ਹੈ ਹੀ ਕੁਝ ਨਹੀਂ। ਅਸੀਂ ਕਹਿੰਦੇ ਮੇਰੇ ਤੋਂ ਬਿਨਾ ਕੁਝ ਨਹੀਂ। ਸਾਡੇ ਜੀਵਨ ਦੀ ਇੱਥੇ ਆ ਕੇ ਖੇਡ ਵਿਗੜ ਜਾਂਦੀ ਹੈ। ਭਗਤ ਜੀ ਕਹਿੰਦੇ ਉਹਦੇ ਤੋਂ ਬਿਨਾ ਕੁਝ ਹੈ ਹੀ ਨਹੀਂ, ਉਹਦੇ ਤੋਂ ਬਿਨਾ ਕੋਈ ਜਗ੍ਹਾ ਹੀ ਨਹੀਂ, ਉਹ ਸਾਰੇ ਪਾਸੇ ਹੈ। ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿੰਦੇ ਨੇ ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਪਰ ਮਨੁੱਖ ਭੁੱਲਿਆ ਹੋਇਆ। ਇਸ ਭੁਲੇਖੇ ਨੂੰ ਤੇ ਕੱਢਣ ਵਾਸਤੇ ਇਹ ਅੰਮ੍ਰਿਤ ਬਾਣੀ ਹੈ। ਤੇ ਗੁਰਬਾਣੀ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਤੇ ਉਹ ਫਿਰ ਮਾਨਵਤਾ ਦੀ ਗੱਲ ਕਰਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਮਾਨਵਤਾ ਦੀ ਗੱਲ ਕੀਤੀ ਗਈ, ਕਿਸੇ ਫਿਰਕੇ ਦੀ ਗੱਲ ਨਹੀਂ ਕੀਤੀ ਗਈ, ਕਿਸੇ ਮਜ਼ਹਬ ਦੀ ਗੱਲ ਨਹੀਂ ਕੀਤੀ ਗਈ, ਸਮੁੱਚੀ ਮਾਨਵਤਾ ਦੀ ਗੱਲ ਕੀਤੀ ਗਈ। ਆਪਾਂ ਇਹ ਬਚਨ ਪੜ੍ਹਦੇ ਹਾਂ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਕੋਈ ਇੱਕ ਵਾਸਤੇ ਥੋੜੀ ਹੈ ਇਹ ਅੰਮ੍ਰਿਤ ਬਾਣੀ, ਕੇਵਲ ਸਿੱਖ ਵਾਸਤੇ ਥੋੜੀ ਹੈ, ਇਹ ਸਮੁੱਚੀ ਮਾਨਵਤਾ ਦੇ ਵਾਸਤੇ ਹੈ। ਉਹ ਭਾਗਾਂ ਵਾਲੇ ਗੁਰਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਉਹ ਭਾਗਾਂ ਵਾਲੇ ਜੀਵ ਨੇ ਜਿਨ੍ਹਾਂ ਨੇ ਸਤਿਗੁਰਾਂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਮੰਨ ਕੇ ਕਮਾਉਣਾ ਸ਼ੁਰੂ ਕੀਤਾ ਹੋਇਆ। ਭਗਤ ਜੀ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿਵੇਂ ਹੈ ਪਰਮਾਤਮਾ ਦੀ ਹੋਂਦ? ਕਿਵੇਂ ਹੈ ਸੰਸਾਰ ਵਿੱਚ? ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਮਣਕਿਆਂ ਦੀ ਮਾਲਾ ਹੁੰਦੀ ਹੈ,
अनेक मणके ने, कोई गिणती मिणती नहीं। ते परोए काहदे विच हुंदे ने? एक धागे दे विच। ये संकेत दिता है कि वह परमात्मा जिवें सारे माणा दे मणके एक धागे विच परोए हुए ने, वो परमात्मा सारी अपनी साजी हुई सृष्टि दे विच, कायनात दे विच, वो माला दे मणकियां दे धागे की तरह व्यापक है, मौजूद है। उहदे तो बिना वख कुछ भी नहीं। अगली उदाहरण, जल तरंग अर फेन बुदबदा, जल ते भिन्न ना होई। पानी दियां लहरां, पानी दे बुलबुले पानी ते उठदे ने, ते जिवें उन्हां नूं पानी दे नालों वख नहीं कीता जा सकदा। उन्हां दा मूल पानी है, ते पानी दे विचों ही उठदे ने ते पानी विच ही समाउंदे ने। पानी ते बनिया होया बुलबुला असीं हत्थ ते रख नहीं सकते, वो खत्म हो जाता है। भगत नामदेव जी ने इन्ना प्यारा ये उपदेश साडी झोली विच पाया कि हे जीव, मतां जीवन विच किसे भरम विच रही कि उहदा आ रूप है। चंगी गल है तेरे मन विच उस परमात्मा प्रति आस्था बन जे, भरोसा बन जे, विश्वास बन जे, ते केवल जिस रूप दे विच तू देख के कहना परमात्मा, वो रूप तेनों सारियां दे विच दिखाई दे। गुरबाणी ने आ गल सानू समझाई है। गुरु साहब जी ने सानू आ गल सिक्ख्या दिती है कि जिस रूप विच जिवें असीं गुरु घर आउंदे हां, सतगुरु श्री गुरु ग्रंथ साहिब जी महाराज हाजरा हजूर सतगुरु, क्योंकि सतगुरु गुरु रामदास पिता जी ने यह कह दिता, बाणी गुरु, गुरु है बाणी, विच बाणी अमृत, गुर बाणी कहे सेवक जन माने, प्रतख गुरु निस्तारे। ये साडा विश्वास है। असीं जदों गुरु साहब जी दे सन्मुख आउंदे हां, बड़े प्यार दे नाल, बड़ी भावना दे नाल एक एहसास है कि असीं सतगुरां जी दे सन्मुख हैं। ते गुरु दी बाणी कहंदी है कि ये एहसास तेरे जीवन विच बनिया रहना चाहिए। ये बचन सानू सारिआं नूं याद ने, गुर मेरे संग सदा है नाले। असीं सारे जाने आपो अपने जीवन विच इस गल नूं विचारन दी कोशिश करिए कि ये एहसास साडे जीवन विच आया। ये बाणी पढ़नी, बाणी दी विचार कथा कीर्तन किस वास्ते है कि जो सतगुरुआं जी दा उपदेश है सानू एहसास हो सके। बाणी गुरु, गुरु है बाणी, पढ़ी जाइए, पढ़ी जाइए। जिन्ना चिर इस गल नूं असीं पूर्ण तौर ते मनदे नहीं, इस गल ते विश्वास नहीं बनाउंदे कि यह गुरु साहब दा बचन है। गुरु कौन है? बाणी। शब्द गुर पीरा, गहर गंभीरा, बिन शब्दे सब जग बहरान। इक्का बाणी, एक गुर, इक्को शब्द विचार। इसे नूं सतगुरु जी कहंदे ने रतना रतन पदार्थ, बहु सागर भरिया राम। बाणी गुरबाणी लागे श्री गुरु ग्रंथ साहिब जी महाराज जी की अमृत बाणी वो सुच्चे मोतियां दा सागर है, जिस दे विचों एक भी मोती किते जीव अपने जीवन विच चुग लए
ਉਹ ਉਪਦੇਸ਼, ਉਹ ਸਿੱਖਿਆ ਗਿਆਨ ਰੂਪੀ ਰਤਨ ਹੈ, ਗਿਆਨ ਰੂਪੀ ਮੋਤੀ ਹੈ। ਤੇ ਗਿਆਨ ਇਹ ਦਿੱਤਾ ਗਿਆ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਇਹ ਗਿਆਨ ਹੈ ਨਾ। ਫਿਰ ਇਹਦਾ ਅਹਿਸਾਸ, ਜਦੋਂ ਇਹਨੂੰ ਪ੍ਰੈਕਟੀਕਲ ਰੂਪ ਵਿੱਚ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਤੇ ਗੁਰੂ ਪਿਆਰਿਓ, ਇਸ ਸੰਸਾਰ ਤੇ ਜਿੰਨੀ ਈਰਖਾ, ਵੈਰ, ਵਿਰੋਧ, ਲੜਾਈ ਝਗੜੇ, ਦੁਈ ਦਵੈਸ਼, ਆਪਣਾ ਪਰਾਇਆ, ਨਫ਼ਰਤ, ਇਹ ਸਾਰੀ ਮਿਟ ਜੇਗੀ। ਜੇ ਅੱਜ ਵੀ ਸਾਡੇ ਜੀਵਨ ਦੇ ਵਿੱਚ ਨਫ਼ਰਤ ਨਹੀਂ ਮਿਟ ਰਹੀ, ਈਰਖਾ, ਦੁਈ ਦਵੈਸ਼ ਨਹੀਂ ਮਿਟ ਰਿਹਾ, ਅਸੀਂ ਭਰਮ ਵਿੱਚ ਹਾਂ। ਅਸੀਂ ਗੁਰੂ ਦੇ ਉਪਦੇਸ਼ ਨੂੰ ਸਮਝਿਆ ਨਹੀਂ। ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਸਮਝਿਆ ਹੀ ਨਹੀਂ। ਜਿਹਨੇ ਸਮਝ ਲਿਆ ਨਾ, ਬੜੀ ਨਫ਼ਰਤ ਹੋਈ ਭਗਤ ਨਾਮਦੇਵ ਜੀ ਦੇ ਨਾਲ। ਉਸ ਸਮੇਂ ਦੇ ਅਖੌਤੀ ਬਣੇ ਹੋਏ ਧਰਮੀਆਂ ਨੇ, ਜਿਹੜੇ ਕਹਿੰਦੇ ਸਨ ਅਸੀਂ ਧਰਮੀ ਹਾਂ। ਜਾਤ ਪਾਤ, ਊਚ ਨੀਚ ਦੇ ਭਰਮ ਭੇਦ ਵਿੱਚ ਇੰਨੇ ਗਰਸੇ ਹੋਏ ਸਨ ਕਿ ਆਪਾਂ ਪੜ੍ਹਦੇ ਹਾਂ ਕਿ ਭਗਤ ਨਾਮਦੇਵ ਜੀ ਮੰਦਰ ਵਿੱਚ ਪੂਜਾ ਅਰਚਨਾ ਕਰਨ ਵਾਸਤੇ ਆਏ, ਤੇ ਉਸ ਮੰਦਰ ਦੇ ਪੁਜਾਰੀ ਨੇ ਬਾਹੋਂ ਫੜ ਕੇ ਉਹਨਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਇਹ ਭਗਤ ਨਾਮਦੇਵ ਜੀ ਦੇ ਆਪਣੇ ਬਚਨ ਨੇ। ਹਸਤ ਖੇਲਤ ਤੇਰੇ ਦੇਹ ਰੋਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੈਂ ਤੇ ਤੇਰੀ ਭਗਤੀ ਕਰਨ ਆਇਆ ਸੀ। ਇਹ ਲੋਕ ਕਹਿੰਦੇ ਨੇ ਕਿ ਰਾਮ ਮੰਦਰ ਵਿੱਚ ਹੈ, ਮੈਂ ਤੇ ਉਸ ਕਰਕੇ ਤੇਰੇ ਕੋਲ ਆਇਆ। ਤੇ ਜਿਹੜੇ ਕਹਿੰਦੇ ਨੇ ਰਾਮ ਮੰਦਰ ਵਿੱਚ ਹੈ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ। ਗੱਲ ਤੇ ਇੱਕ ਪ੍ਰੇਰਨਾ ਸੀ ਨਾ। ਮੈਂ ਬੋਲੀ ਜਾਵਾਂ, ਬੋਲੀ ਜਾਵਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਬੋਲੀ ਝੂਠ ਜਾਵਾਂ। ਇਸ ਗੱਲ ਦਾ ਅਹਿਸਾਸ ਹੀ ਨਾ ਕਰਾਂ ਕਿ ਜੇ ਮੈਂ ਝੂਠ ਬੋਲ ਰਿਹਾ, ਕੋਈ ਵੀ ਨਹੀਂ ਮੈਨੂੰ ਸੁਣਨ ਵਾਲਾ, ਕੋਈ ਵੀ ਨਹੀਂ ਮੈਨੂੰ ਵੇਖਣ ਵਾਲਾ। ਜਿਹੜੀ ਗੱਲ ਮੇਰੇ ਗੁਰੂ ਨੇ ਕਹੀ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਦੀ ਗੱਲ ਕੀਤੀ ਹੈ। ਇਹ ਨਹੀਂ ਆਖਿਆ ਕਿ ਇੰਨਾ ਟਾਈਮ ਗੁਰੂ ਨਾਲ ਹੈ। ਇਹ ਇੱਕ ਅਹਿਸਾਸ ਹੈ ਨਾ। ਜਿੱਦਣ ਜੀਵ ਨੂੰ ਆਪਣੇ ਜੀਵਨ ਵਿੱਚ ਇਹ ਅਹਿਸਾਸ ਹੋ ਗਿਆ, ਉਹਦੇ ਜੀਵਨ ਵਿੱਚੋਂ ਝੂਠ ਚਲਿਆ ਜਾਏਗਾ, ਉਹਦੇ ਜੀਵਨ ਦੇ ਵਿੱਚੋਂ ਬੁਰਾਈਆਂ ਚਲੀਆਂ ਜਾਣਗੀਆਂ, ਠੱਗੀ, ਹੇਰਾ ਫੇਰੀ, ਬੇਈਮਾਨੀ ਚਲੇ ਜੇਗੀ। ਇਹ ਤਾਂ ਹੀ ਆ ਨਾ, ਅਹਿਸਾਸ ਨਹੀਂ ਆ। ਮੈਂ ਝੂਠ ਬੋਲਦਾ, ਮੈਂ ਕਹਿੰਦਾ ਇਹ ਕਿਸੇ ਨੂੰ ਕੀ ਪਤਾ ਮੈਂ ਝੂਠ ਬੋਲ ਰਿਹਾ, ਸੱਚ ਬੋਲ ਰਿਹਾ। ਗੁਰਬਾਣੀ ਅਹਿਸਾਸ ਕਰਾਉਂਦੀ ਹੈ। ਗੁਰਬਾਣੀ ਅਹਿਸਾਸ ਹੈ, ਗੁਰੂ ਅਹਿਸਾਸ ਹੈ, ਪਰਮਾਤਮਾ ਅਹਿਸਾਸ ਹੈ। ਨਹੀਂ ਤੇ ਉਹਦਾ ਤੇ ਕੋਈ ਐਸਾ ਇੱਕ ਅਲੱਗਰਾ ਰੂਪ ਹੀ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹੀ ਤੇ ਗੱਲ ਕਹੀ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣੇਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਮਨ ਤ੍ਰਿਣ ਕਹਿ, ਤਾ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨ ਸਮਤ। ਕਿਸੇ ਵਿਸ਼ੇਸ਼ ਰੂਪ ਦੀ ਗੱਲ ਨਹੀਂ ਕੀਤੀ ਕਿ ਉਹਦਾ ਆਹ ਰੂਪ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਦਾ ਬੜਾ ਪਿਆਰਾ ਬਚਨ ਹੈ। ਇਹ ਆਪਾਂ ਸੁਣਦੇ ਹਾਂ, ਆਪ ਸਾਰਿਆਂ ਨੂੰ ਯਾਦ ਹੋਵੇਗਾ
तुद रूप न रेख्या जात, तू वरना बाहरा। सतगुरु जी ने भुलेखा ही कोई नहीं रहन ता, ते जदों भुले हुए दी गल कीती, ये मानस जाने दूर, तू वरते जाहर। तू सब घट भोगवे, आप तुद लेप न लाहर। तू पुरख आनंदी अनंत, सब जोत समाहरा। तू सब देवा मैं देव। सतगुरु साहब जी ने कोई भुलेखा नहीं रहन दिता। विधाते नरहरा, कोई ऐसी थां ही नहीं है जिथे तू नहीं है। सब देवा मैं देव, सारियां तो वड्डा। इसे नूं सतगुरु जी कहंदे ने, ऊच अपार बेअंत स्वामी, कौन जाने गुण तेरे। कोई जान ही नहीं सकता। पर एक तेरे दर घर दी रहमत है, जिन्हां ने तेनू वड्डा आख्या, जिन्हां ने तेनू वड्डा मान लिया, जिन्हां ने तेरी वडियाई कीती है। गाव ते उधरे, सुनते उधरे, गाउण वाले भी सुनने वाले भी, उन्हां दा जीवन सोहना बन गया। वो संसार सागर नूं पार कर गए। वो किहड़े गाउण वाले, किहड़े सुनने वाले, जिन्हां ने तेरी सिੱਖਿਆ नूं अपने जीवन विच कमा लिया। बिन से पाप कनेरे, तेरी इन्नी वड्डी रहमत है, तू इन्ना वड्डा है। पशु परेत मुग्ध को तारे, बाहन पार होता है। ये बिरतियां का जिक्र है। तां ते मनुख नूं कहा जाता है कि तू बंदा बन। क्यों कहना पिया कि जामा बंदियां वाला है, जून बंदियां दी है, मानस वाली जून है साडी, काम बंदियां वाला नहीं है। मैं पिछले दिन भी बेनती की, सतगुरु गुरु अर्जन साहब पिता जी ने किरपा करके साडे जीवन का ऐसा सुंदर मार्गदर्शन किया कि हे मनुख, किते इस भुलेखे विच ना रही कि मैं मनुख हाँ, क्योंकि जामा मनुखा वाला, जे तेरा कर्म मनुखा वाला नहीं बनिया तो फिर की है, करतूत पशु की मानस जात। गुरु नानक दे घर विच गुरु प्यारिओ इनसानियत की गल की गई, की जाती है। हमेशा ही इनसानियत नूं प्यार किया गया। वखरी गल इंसान नूं इनसानियत की समझ नहीं आई। साडे निज दे जीवन दे विचों जो वरतारा वरत रिहा, उहदे विचों सानूं सिੱਖਿਆ मिलती है। पुछण की लोड़ नहीं पैंदी, दसन की लोड़ नहीं पैंदी कि किनू इनसानियत की समझ है ते किनू इनसानियत की समझ नहीं है। मैं थोड़ा जिहा जिक्र करके अपने सबजैक्ट ते आवां, बहुत जरूरी है, क्योंकि गुरु नानक दे घर विच इनसानियत की गल ही नहीं की गई। इनसानियत नूं प्यार किया गया ते हर इंसान नूं इनसानियत दीयां कदरां कीमतां ते चलण की प्रेरणा की गई। वर्ल्ड लैवल तक अज बहुत एक गल प्रचलित है कि भारत का किसान अपनियां मंगां लई अंदोलन कर रहा।
ਮੰਗ है, हर व्यक्ति का राइट है। वो अपने हक लिए प्रोटेस्ट कर सकता, कानून भी इसकी आग्ञा दिंदा। पर जिन्होंने इनसानियत की समझ नहीं है, इनसानी जामा जरूर है पर इनसानियत तो ना वाकफ ने, मंगा की खातर आ रहे ने, उन्हां ते डांगा भी चलियां, उन्हां ते अथरू गैस भी गोले छड्डे गए, उन्हां ते पानी दियां बुछाड़ां भी कीतियां गईयां। इस गल नूं समझिओ, असीं कहने असीं इंसान है पर सानू इंसानियत की समझ नहीं है। जे इंसानियत की समझ होवे ते दूसरे इंसान दे नाल असीं इदां दा व्यवहार कदी नहीं कर सकते। दूसरे इंसान दे नाल माड़ा व्यवहार करने वाला इस गल दा प्रतीक है, वो इंसान ते है पर उहदे विच इंसानियत नहीं है। मुआफ करना, ये गल्लां कई बार कई लोग इतराज करते हैं, पर यह गुरमत का तो फलसफा ही ये है, गुरमत की सिक्ख्या ही ये है कि इंसान तेरे विच इंसानियत होनी चाहिए है। गुरु नानक साहब पिता ने तो जदों धर्म की गल की तो उन्होंने तो इंसानियत ही धर्म की गल की है, इंसानियत ही धर्म है। बाकी जिन्ने मर्जी धर्म के असीं बुरके पाई फिरीए, जिन्ने मर्जी अपने मजहब अनुसार असीं कहिए साडा मजहब चंगा, साडा मजहब चंगा, गुरु नानक साहब पिता कहते नहीं, इंसानियत जिहड़ा सब तो उच्चा धर्म है, सुच्चा धर्म है। इंसान बनाउण वास्ते ते सतगुरां जी ने अमृत बाणी साडी झोली विच पाई कि बंदे खोज दिल हर रोज ना फिर परेशानी माए। बंदे बंदगी इख्तियार बंदा बनाउण वास्ते ही ना, सानू इंसान बनाउण वास्ते कि साडे विच इंसानियत आ जे, किते सारा जीवन करतूत पशु की वाला ही ना साडा बतीत हो जे, मानस जात विच करतूत पशुआं वाली विच ही ना असीं सारा जीवन बतीत कर दईए। सो मैं बेनती कर रहा सी कि जदों इंसानियत आ गई फिर इस तरह का इंसानां दे उत्ते कदी भी जुल्म नहीं कोई ढाएगा। संसार के इतिहास विचों ये सानू गवाहियां मिलदियां ने, लोकां ने अपने आप नूं धर्मी दिखाउण वास्ते प्रजा ते जुल्म कीते, ना उन्हां नूं संसार ने प्रवान किया ते उन्हां नूं निरंकार ते कदी प्रवान कर ही नहीं सकता। फिर मैं किनों धर्मी होण दा दिखावा करदा। गुरु कृपा करे असी मन करके असी कर्म करके धर्मी बन जाइए। जिदन मन करके कर्म करके असी धर्मी बन जाएंगे, सानू धर्म का कोई वखरा अडंबर नहीं करना पवेगा। गुरु परमेश्वर के दर ते वो प्रवान हो जाएगा। हकी मंगा ने उन्होंने लैण वास्ते आने वालियां ते जुल्म ढाया गया। ये एक साडे बहुत ही नेड़ले जीवन दे विचों सानू उदाहरण मिलती है कि वो करन वालियां दे विच इंसानियत नहीं। भगत नामदेव जी कह रहे ने सब गोबिंद है, सब गोबिंद है, गोबिंद बिन नहीं कोई। असी शब्द पढ़ी जाइए, गाई जाइए, जे इदां दी साडी विचार ही नहीं बनी तो ये शब्द पढ़ के सुन के असी अपने जीवन का वो लाभ प्राप्त नहीं कर सकते जिहड़ा लाभ ये शब्द की सिक्ख्या दे नाल साडे आत्मिक जीवन नूं प्राप्त होना है। इसे करके असी दुखी हाँ। गुरबाणी ने साडे जीवन का मार्गदर्शन किया है, असी उस मार्ग ते
ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਮੇਰੇ ਮਾਲਕ ਪ੍ਰਮਾਤਮਾ ਵਾਹਿਗੁਰੂ ਜੀ, ਤੂੰ ਸਭ ਦੇਵਾਂ ਮੈਂ ਦੇਵ, ਵਿਧਾਤੇ ਨਰਹਰਾ। ਤੂੰ ਤੇ ਸਾਰਿਆਂ ਦੇ ਵਿੱਚ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਅੱਜ ਸ਼ਬਦ ਹੈ, ਜਿਸ ਦੀ ਆਪਾਂ ਵਿਚਾਰ ਕਰਕੇ ਆਪਣੇ ਜੀਵਨ ਵਾਸਤੇ ਸਾਰਿਆਂ ਨੇ ਕੁਝ ਨਾ ਕੁਝ ਪ੍ਰਾਪਤ ਕਰਨਾ ਹੈ, ਉਹ ਕੀ ਸਾਨੂੰ ਸਮਝਾ ਰਹੇ ਨੇ? ਆਦ ਜੁਗਾਦ ਜੁਗਾਦ ਜੁਗੋ ਜੁਗ, ਤਾਂ ਕਾ ਅੰਤ ਨ ਜਾਣਿਆ। ਸਰਬ ਨਿਰੰਤਰ ਰਾਮ ਰਹਿਆ ਰਵ, ਐਸਾ ਰੂਪ ਬਖਾਨਿਆ। ਇਹਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਗੋਬਿੰਦ ਗਾਜੈ ਸ਼ਬਦ ਬਾਜੈ, ਆਨੰਦ ਰੂਪੀ ਮੇਰੋ ਰਾਮਈਆ। ਗੋਬਿੰਦ ਗਾਜੇ, ਗੁਰੂ ਦੇ ਸ਼ਬਦ ਦਾ ਵਾਜਾ ਜਦੋਂ ਵੱਜਦਾ ਹੈ ਨਾ, ਵਾਜਾ ਵੱਜਣਾ ਕੀ? ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਸਮਝ ਆਉਂਦੀ ਹੈ, ਇਹ ਸਮਝ ਦੀ ਗੱਲ ਹੈ ਨਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਉਹ ਭਗਤ ਨਾਮਦੇਵ ਜੀ ਕਹਿੰਦੇ ਨੇ, ਜਦੋਂ ਸ਼ਬਦ ਦਾ ਵਾਜਾ ਵੱਜਦਾ ਹੈ ਨਾ, ਇਹ ਗਿਆਨ ਪ੍ਰਕਾਸ਼ ਹੁੰਦਾ ਹੈ, ਗਿਆਨ ਪ੍ਰਗਟ ਹੁੰਦਾ ਹੈ। ਉਹਨਾਂ ਨੇ ਆਪਣੇ ਜੀਵਨ ਦੀ ਗੱਲ ਕੀਤੀ ਕਿ ਮੇਰੇ ਨਾਲ ਇਦਾਂ ਹੋਇਆ, ਜੇ ਤੇਰੇ ਜੀਵਨ ਵਿੱਚ ਵੀ ਸ਼ਬਦ ਦਾ ਵਾਜਾ ਵੱਜਣਾ ਸ਼ੁਰੂ ਹੋ ਗਿਆ ਤੇ ਫਿਰ ਤੈਨੂੰ ਰੱਬ ਬਾਹਰ ਕਿਤੇ ਲੱਭਣ ਦੀ ਲੋੜ ਨਹੀਂ ਪੈਣੀ। ਇਹ ਉਹਨਾਂ ਚਿਰ ਬਾਹਰੋਂ ਲੱਭਣ ਦੇ ਵਿੱਚ ਖਵਾਰ ਹੋ ਰਿਹਾ ਜਿੰਨਾ ਚਿਰ ਤੇਰੇ ਅੰਦਰ ਸ਼ਬਦ ਦਾ ਵਾਜਾ ਨਹੀਂ ਵੱਜਿਆ। ਜਿੰਨਾ ਚਿਰ ਤੇਰੇ ਅੰਦਰ ਸ਼ਬਦ ਦਾ ਵਾਜਾ ਨਹੀਂ ਵੱਜਿਆ। ਜਦੋਂ ਸ਼ਬਦ ਦਾ ਵਾਜਾ ਵੱਜ ਗਿਆ ਤੇ ਭਗਤ ਜੀ ਕਹਿੰਦੇ ਨੇ, ਆਨੰਦ ਰੂਪੀ ਮੇਰੋ ਰਾਮਈਆ। ਉਹ ਸੁਖ ਸਰੂਪ ਪਰਮਾਤਮਾ ਮੇਰੇ ਅੰਦਰੋਂ ਹੀ ਮੈਨੂੰ ਲੱਭ ਗਿਆ। ਗੁਰਬਾਣੀ ਵਿੱਚ ਕਿਤੇ ਵੀ ਗੁਰੂ ਪਿਆਰਿਓ ਰੱਬ ਦੀ ਬਾਹਰ ਕਿਤੇ ਪ੍ਰਾਪਤੀ ਦਾ ਜ਼ਿਕਰ ਨਹੀਂ। ਸਾਰੀ ਦੀ ਸਾਰੀ ਸਿੱਖਿਆ ਆਪਣੇ ਅੰਦਰ ਦੀ ਹੈ, ਕਿਤੇ ਬਾਹਰ ਦੀ ਤੇ ਗੱਲ ਹੀ ਨਹੀਂ ਕੀਤੀ। ਆਪਣੇ ਆਪੇ ਨੂੰ ਸਵਾਰਨ ਦੀ ਗੱਲ ਹੈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਆਪਣੇ ਆਪੇ ਦੀ ਸਵਾਰਨ ਦੀ ਗੱਲ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ, ਜਦੋਂ ਸ਼ਬਦ ਦਾ ਵਾਜਾ ਵੱਜਦਾ ਹੈ ਨਾ, ਤੇ ਫਿਰ ਉਹ ਰਮਿਆ ਹੋਇਆ ਰਾਮ, ਉਹ ਪ੍ਰਮਾਤਮਾ, ਉਹ ਵਾਹਿਗੁਰੂ, ਉਹ ਅੱਲਾਹ ਤਾਲਾ, ਉਹ ਰਾਮ, ਉਹ ਰਹੀਮ, ਜਿੰਨੇ ਵੀ ਨਾਮ ਨੇ ਇਹ ਪ੍ਰਮਾਤਮਾ ਦੇ ਨਾਮ ਨੇ। ਤੇ ਪ੍ਰਮਾਤਮਾ ਦਾ ਸਰੂਪ ਜਿਹੜਾ ਉਹ ਕਿਹੜਾ? ਅਜੂਨੀ ਸੈਭੰ। ਇਸ ਗੱਲ ਨੂੰ ਜ਼ਰੂਰ ਸਾਨੂੰ ਖਿਆਲ ਵਿੱਚ ਰੱਖਣਾ ਚਾਹੀਦਾ ਹੈ। ਪ੍ਰਮਾਤਮਾ ਦੇ ਨਾਮ ਅਨੇਕ ਨੇ, ਪਰ ਪ੍ਰਮਾਤਮਾ ਦੀ ਹਸਤੀ ਅਜੂਨੀ ਸੈਭੰ। ਉਹ ਜੂਨਾ ਵਿੱਚ ਨਹੀਂ ਹੈ, ਉਹਦੀ ਕੋਈ ਸਥਾਪਨਾ ਕਰਨ ਵਾਲਾ ਨਹੀਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ, ਉਹ ਅੰਦਰੋਂ ਹੀ ਅੰਦਰ ਹੀ ਪ੍ਰਗਟ ਹੋ ਗਿਆ। ਤੇ ਫਿਰ
ਕਹਿੰਦੇ ਨੇ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨਾ ਜਾਣਿਆ। ਆਦ ਕਾਲ ਤੋਂ ਹੀ, ਜੁਗਾਦ ਜੁਗਾਂ ਦੇ ਆਰੰਭ ਤੋਂ, ਜੁਗੋ ਜੁਗ ਸਾਰੇ ਜੁਗਾਂ ਦੇ ਵਿੱਚ। ਕਹਿੰਦੇ ਉਹ ਪ੍ਰਮਾਤਮਾ ਜਿਹੜਾ ਆਦ ਕਾਲ ਤੋਂ ਹੀ ਉਸ ਪਰਮਾਤਮਾ ਦੀ ਹੋਂਦ ਹੈ, ਹਸਤੀ ਹੈ, ਸਾਰੇ ਯੁੱਗਾਂ ਦੇ ਵਿੱਚ ਉਹ ਵਿਆਪਕ ਹੈ। ਧਾਰਮਿਕ ਗ੍ਰੰਥਾਂ ਦੀ ਇਹ ਸਿੱਖਿਆ ਹੈ। ਧਾਰਮਿਕ ਗ੍ਰੰਥਾਂ ਤੋਂ ਸਾਨੂੰ ਇਸ ਗੱਲ ਦੀ ਸਮਝ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸੋਝੀ ਦਿੰਦੇ ਨੇ। ਤੇ ਨਾਲ ਭਗਤ ਜੀ ਨੇ ਗੱਲ ਕਹੀ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਇਸ ਤਰੀਕੇ ਦੇ ਨਾਲ ਕਰਦੇ ਨੇ ਕਿ ਕਦੋਂ ਤੋਂ ਹੈ। ਤੇ ਅਗਲੀ ਗੱਲ ਬੜੀ ਪਿਆਰੀ ਕਹੀ, ਜ਼ਿਕਰ ਜ਼ਰੂਰ ਹੈ ਪਰ ਅਗਲੀ ਗੱਲ ਕੀ ਕਹਿ ਦਿੱਤੀ, ਤਾਂ ਕਾ ਅੰਤ ਨਾ ਜਾਣਿਆ। ਇਹ ਵੀ ਗੱਲ ਨਾਲ ਹੈ ਕਿ ਉਸ ਪਰਮਾਤਮਾ ਦਾ ਅੰਤ ਕੋਈ ਜਾਣ ਨਹੀਂ ਸਕਦਾ, ਕਿਉਂਕਿ ਉਹ ਅਗੰਮ ਹੈ, ਉਹ ਅਗੋਚਰ ਹੈ, ਉਹ ਬੇਅੰਤ ਹੈ। ਤੇ ਉਹਦੀ ਕਲਾ ਜਿਹੜੀ ਹੈ ਉਹ ਅਚਰਜ ਕਰ ਦੇਣ ਵਾਲੀ ਹੈ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਵੀ ਬੜੇ ਪਿਆਰੇ ਬਚਨ ਕੀਤੇ ਉਸ ਪਰਮਾਤਮਾ ਦੀ ਬੇਅੰਤਤਾ ਦੇ। ਆਪਾਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਵੱਖ-ਵੱਖ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ ਗਿਆ, ਪਰ ਕਹਿੰਦੇ ਉਹ ਬੇਅੰਤ ਜਿਹੜਾ ਕਦੋਂ ਤੋਂ ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ, ਕਿਵੇਂ ਉਹ ਸਾਰੀ ਸ੍ਰਿਸ਼ਟੀ ਦੀ ਉਹਨੇ ਸਿਰਜਣਾ ਕੀਤੀ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਫਿਰ ਅਗਲਾ ਬਚਨ ਕੀ ਕਿਹਾ, ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ, ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਖੋ ਸਤਨਾਮ। ਤੇ ਭਗਤ ਨਾਮਦੇਵ ਜੀ ਵੀ ਇਹੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਕਿਹਾ ਗਿਆ, ਮੰਨਿਆ ਗਿਆ ਕਿ ਉਹ ਆਦਿ ਕਾਲ ਤੋਂ ਹੈ, ਸਾਰੇ ਯੁੱਗਾਂ ਦੇ ਵਿੱਚ ਵਿਆਪਕ ਹੈ, ਪਰ ਇਹ ਵੀ ਗੱਲ ਕਹੀ ਕਿ ਉਹਦਾ ਅੰਤ ਨਹੀਂ ਕੋਈ ਪਾ ਸਕਿਆ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਉਹਦੀ ਵਡਿਆਈ ਹੈ, ਸਰਬ ਨਿਰੰਤਰ ਰਾਮ ਰਹਿਆ ਰਵ। ਸਾਰੀ ਬਣਾਈ ਹੋਈ ਆਪਣੀ ਕਾਇਨਾਤ ਦੇ ਵਿੱਚ ਉਹ ਵਿਆਪਕ ਹੈ, ਮੌਜੂਦ ਹੈ। ਐਸਾ ਰੂਪ ਬਖਾਨਿਆ, ਇਹ ਪ੍ਰਮਾਤਮਾ ਦੇ ਰੂਪ ਦੀ ਗੱਲ ਕੀਤੀ ਗਈ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਆਰੰਭ ਹੀ ਇੱਥੋਂ ਕੀਤਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰੂ ਅਰਜਨ ਸਾਹਿਬ ਪਿਤਾ ਜੀ ਕਹਿੰਦੇ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਜਿਨ੍ਹਾਂ ਨੂੰ ਇਹ ਸਮਝ ਆ ਗਈ ਉਹ ਫਿਰ ਉਹਦੀ ਆਰਾਧਨਾ ਕਰਦੇ ਨੇ, ਉਹਨੂੰ ਯਾਦ ਕਰਦੇ ਨੇ। ਸਿਮਰੰਤ ਸੰਤ
ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ। ਆਹੀ ਤੇ ਗੱਲ ਅਸੀਂ ਸਮਝਣੀ ਹੈ, ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਜਿਹਨੂੰ ਜਿਹਨੂੰ ਵੀ ਸਮਝ ਆ ਗਈ ਉਹ ਉਹਦੀ ਆਰਾਧਨਾ ਕਰਦਾ, ਉਹ ਉਹਦੀ ਬੰਦਗੀ ਕਰਦਾ, ਉਹ ਉਹਦੀ ਵਡਿਆਈ ਕਰਦਾ ਹੈ, ਤੇ ਸਾਰਾ ਕੁਝ ਕਰਦਾ ਹੋਇਆ ਸਦਾ ਹੀ ਉਹਦੇ ਸ਼ੁਕਰਾਨੇ ਵਿੱਚ ਰਹਿੰਦਾ, ਸਦਾ ਉਹਦੇ ਸ਼ੁਕਰਾਨੇ ਵਿੱਚ। ਗੁਰੂ ਨੇ ਦਾਤ ਐਸੀ ਬਖਸ਼ੀ। ਮੈਂ ਪੜ੍ਹ ਰਿਹਾ ਸੀ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਨਾ, ਕਈ ਵਾਰ ਸਾਡੇ ਜੀਵਨ ਕਾਲ ਦੀਆਂ ਘਟਨਾਵਾਂ ਸਾਡੇ ਪੂਰਵਲੇ ਇਤਿਹਾਸ ਨੂੰ ਰਿਪੀਟ ਕਰਦੀਆਂ ਨੇ ਕਿ ਕਿਤੇ ਅਸੀਂ ਭੁੱਲ ਨਾ ਜਾਈਏ, ਵਿਸਰ ਨਾ ਜਾਈਏ। ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਸਿੰਘ ਚੱਲਦੇ ਨੇ ਤੇ ਅੱਗੇ ਬੇਟੀ ਆਪਣੀ ਫੋਰਸ ਦੇ ਨਾਲ ਡਾਂਗਾਂ ਵਰਾਉਂਦਾ ਹੈ। ਡਾਂਗਾਂ ਖਾ ਖਾ ਕੇ ਡਿੱਗ ਪੈਂਦੇ, ਬੇਹੋਸ਼ ਹੋ ਜਾਂਦੇ, ਤੇ ਅਰਦਾਸ ਇਹ ਕੀਤੀ, ਪ੍ਰਣ ਇਹ ਗੁਰੂ ਦੇ ਚਰਨਾਂ ਵਿੱਚ ਕੀਤਾ ਕਿ ਜਿੰਨਾ ਮਰਜ਼ੀ ਸਾਡੇ ਤੇ ਤਸ਼ੱਦਦ ਕੀਤਾ ਜਾਏ, ਸਤਿਗੁਰੂ ਜੀ ਕਿਰਪਾ ਕਰਿਓ, ਤੁਸੀਂ ਜ਼ਾਲਮ ਦੇ ਜ਼ਬਰ ਨੂੰ ਸਬਰ ਦੇ ਨਾਲ ਉਹਦਾ ਮੁਕਾਬਲਾ ਕੀਤਾ। ਗੁਰੂ ਅਰਜਨ ਸਾਹਿਬ ਪਿਤਾ ਤਤੀ ਤਵੀ ਤੇ ਬੈਠੇ ਨੇ, ਜ਼ਾਲਮ ਜ਼ੁਲਮ ਕਰ ਰਿਹਾ, ਹਰ ਪ੍ਰਕਾਰ ਦਾ ਤਸੀਹਾ ਦਿੱਤਾ ਜਾ ਰਿਹਾ। ਇੰਨਾ ਵੱਡਾ ਸਬਰ ਮੇਰੇ ਸਤਿਗੁਰੂ ਦਾ। ਤਤੀ ਤਵੀ ਤੇ ਬੈਠ ਕੇ ਵੀ ਇਹ ਕਿਹਾ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਸੇ ਸਬਰ ਨੂੰ ਸਿੱਖ ਨੇ ਆਪਣੇ ਜੀਵਨ ਵਿੱਚ ਕਮਾਇਆ, ਤੇ ਅੱਜ ਵੀ ਕਮਾਉਣਾ ਲੋੜ ਹੈ, ਕਮਾਉਣ ਦੀ। ਤੇ ਫਿਰ ਸਬਰ ਦੇ ਨਾਲ ਉਸ ਜ਼ਬਰ ਦਾ ਮੁਕਾਬਲਾ ਕੀਤਾ। ਅਖੀਰ ਤੇ ਜ਼ਬਰ ਕਰਨ ਵਾਲਿਆਂ ਨੂੰ ਇਸ ਗੱਲ ਦੀ ਸਮਝ ਆਈ ਕਿ ਇਹਨਾਂ ਦਾ ਏਡਾ ਵੱਡਾ ਸਬਰ ਹੈ, ਇਹਨਾਂ ਨੇ ਆਪਣੇ ਗੁਰੂ ਕੋ ਸਿੱਖਿਆ ਸਬਰ ਵਿੱਚ ਰਹਿਣਾ। ਤੇ ਫਿਰ ਉਸ ਸੰਘਰਸ਼ ਦੀ ਕਾਮਯਾਬੀ ਹੋਈ। ਬੜੀ ਵਧੀਆ ਗੱਲ ਉਸ ਇਤਿਹਾਸ ਵਿੱਚ ਲਿਖੀ ਹੈ ਕਿ ਹਰ ਸੰਘਰਸ਼ ਸਬਰ ਦੇ ਨਾਲ ਕਾਮਯਾਬ ਹੁੰਦਾ ਹੈ। ਜਿਸ ਵੀ ਸੰਘਰਸ਼ ਦੇ ਵਿੱਚ ਸੰਘਰਸ਼ਸ਼ੀਲ, ਸੰਘਰਸ਼ ਕਰਨ ਵਾਲੇ ਉਗਰ ਹੋ ਗਏ, ਉਹ ਸੰਘਰਸ਼ ਉੱਥੇ ਖਤਮ ਹੋ ਜਾਂਦਾ। ਇਸ ਸੰਘਰਸ਼ ਨੂੰ ਵੀ, ਅੱਜ ਕਿਸਾਨੀ ਸੰਘਰਸ਼ ਨੂੰ ਵੀ ਉਗਰ ਕਰਨ ਵਾਸਤੇ ਚਾਲਾਂ ਚੱਲੀਆਂ ਗਈਆਂ। ਮੈਂ ਸ਼ੁਕਰਾਨਾ ਕਰਨਾ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਜਿਹੜੇ ਇਨਸਾਨੀਅਤ ਦੀ ਗੱਲ ਲੈ ਕੇ ਚੱਲੇ ਨੇ, ਇਨਸਾਨੀਅਤ ਦੀਆਂ, ਇਨਸਾਨ ਦੀਆਂ ਮੰਗਾਂ ਨੇ, ਉਹਨਾਂ ਨੂੰ ਲੈ ਕੇ ਚੱਲੇ ਨੇ। ਤੇ ਗੁਰੂ ਨੇ ਕਿਰਪਾ ਕੀਤੀ ਕਿ ਉਹਨਾਂ ਸਾਰੇ ਕਿਸਾਨ ਭਰਾਵਾਂ ਨੂੰ ਸਬਰ ਵਿੱਚ ਰਹਿਣ ਦੀ ਪ੍ਰੇਰਨਾ ਕੀਤੀ, ਤੇ ਗੁਰੂ ਦੇ ਓਟ ਆਸਰਾ ਲੈ ਕੇ ਉਹ ਸਬਰ ਵਿੱਚ ਰਹੇ। ਤੇ ਆਸ ਹੈ ਔਰ ਅਰਦਾਸ ਹੈ ਗੁਰੂ ਪਿਤਾ ਦੇ ਚਰਨਾਂ ਵਿੱਚ ਕਿ ਇਹ ਕੋਈ ਖਿੱਤੇ ਜਾਂ ਮਜ਼ਹਬ ਦੀ ਗੱਲ ਨਹੀਂ ਹੈ, ਫਿਰਕੇ ਦੀ ਗੱਲ ਨਹੀਂ ਹੈ, ਇਹ ਇਨਸਾਨੀਅਤ ਦੀ ਗੱਲ ਹੈ। ਤੇ ਇਨਸਾਨੀਅਤ ਮੰਗ ਹੈ। ਗੁਰੂ ਸਾਹਿਬ ਜ਼ਰੂਰ ਇਸ ਮੋਰਚੇ ਨੂੰ ਕਾਮਯਾਬੀ ਬਖਸ਼ਣਗੇ। ਜਦੋਂ ਵੀ ਜ਼ਬਰ ਕਰਨ ਵਾਲਾ ਜ਼ਬਰ ਢਾਉਂਦਾ ਹੈ, ਗੁਰੂ ਨੇ ਕਿਹਾ ਜੇ ਜਿੰਨਾ ਮਰਜ਼ੀ ਵੱਡਾ ਜ਼ਬਰ ਹੋਵੇ, ਜੇ ਉਹਨੂੰ ਸਬਰ ਦੇ ਨਾਲ ਝੱਲ ਲਿਆ ਜਾਵੇ, ਇੱਕ ਦਿਨ ਜ਼ਬਰ ਕਰਨ ਵਾਲੇ ਨੂੰ ਮੂੰਹ ਮੂੰਹ ਡਿੱਗਣਾ ਪੈਂਦਾ, ਤੇ ਸਬਰ ਕਰਨ ਵਾਲੇ ਨੂੰ ਲੋਕ ਉਹਨਾਂ ਦੀ ਵਡਿਆਈ ਕਰਦੇ ਨੇ। ਗੁਰੂ ਕਿਰਪਾ ਕਰੇ ਅਸੀਂ ਇਨਸਾਨੀਅਤ ਨੂੰ ਸਮਝ ਸਕੀਏ। ਤੇ ਗੁਰਬਾਣੀ ਨੇ ਸਾਨੂੰ ਇਨਸਾਨ ਹੀ ਬਣਾਉਣ ਵਾਸਤੇ ਸਾਰੀ ਪ੍ਰੇਰਨਾ ਕੀਤੀ।
ਵੱਖਰੀ ਗੱਲ ਅਸੀਂ ਭਗਵਾਨ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਭ ਕੁਝ ਹਾਂ। ਗੁਰਬਾਣੀ ਵਿੱਚ ਕਿਤੇ ਵੀ ਭਗਵਾਨ ਬਣਨ ਦੀ ਗੱਲ ਨਹੀਂ ਕੀਤੀ ਕਿ ਤੂੰ ਆਹ ਕੰਮ ਕਰ ਤੇ ਇਦਾਂ ਭਗਵਾਨ ਬਣ ਜਾਏਗਾ। ਗੁਰਬਾਣੀ ਵਿੱਚ ਇਨਸਾਨ ਬਣਨ ਦੀ ਗੱਲ ਕੀਤੀ ਹੈ। ਭਗਤ ਜੀ ਕਹਿ ਰਹੇ ਨੇ ਕਿ ਉਹ ਸਰਬ ਨਿਰੰਤਰ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ। ਉਹ ਪਰਮਾਤਮਾ ਐਸਾ ਹੈ, ਉਹ ਕਿਤੇ ਦੂਰ ਨਹੀਂ ਹੈ, ਉਹ ਤੇਰੇ ਤੋਂ ਵੱਖ ਨਹੀਂ ਹੈ। ਬੰਦਿਆ ਇਸ ਗੱਲ ਨੂੰ ਸਮਝ। 52 ਬੀਖੂ ਬਾਨੈ ਬੀਖੈ ਬਾਸ ਤੇ ਸੁਖ ਲਾਗਲਾ। ਜਿਵੇਂ ਚੰਦਨ ਦਾ ਦਰਖਤ ਹੈ ਨਾ, ਉਹ ਜੰਗਲ ਵਿੱਚ ਹੈ ਤੇ ਉਹਦੀ ਸੁਗੰਧੀ ਦੇ ਨਾਲ ਉਹਦੇ ਆਲੇ ਦੁਆਲੇ ਦੇ ਜਿੰਨੇ ਵੀ ਦਰਖਤ ਨੇ ਉਹਨਾਂ ਦੇ ਵਿੱਚ ਵੀ ਸੁਗੰਧੀ ਆ ਜਾਂਦੀ ਸੰਗਤ ਦੇ ਨਾਲ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਉਹ ਪਰਮਾਤਮਾ ਸਰਬੇ ਆਦ ਪਰਮਾਲਾਦ ਕਾਸ਼ਟ ਚੰਦਨ ਪਹਿਲਾ, ਉਹ ਸਾਰੀਆਂ ਸੁਗੰਧੀਆਂ ਦਾ ਮੁੱਢ ਪਰਮਾਤਮਾ। ਕਹਿੰਦੇ ਜਿਵੇਂ ਚੰਦਨ ਦੇ ਨੇੜੇ ਰਹਿਣ ਵਾਲੇ ਦਰਖਤਾਂ ਦੇ ਵਿੱਚ ਚੰਦਨ ਵਾਲੀ ਸੁਗੰਧੀ ਆ ਜਾਂਦੀ ਹੈ, ਜਿਹੜਾ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ, ਇਸ ਹੋਂਦ ਦਾ ਅਹਿਸਾਸ ਕਰਦਾ ਹੈ ਤੇ ਪਰਮਾਤਮਾ ਸ਼ੁਭ ਗੁਣਾ ਰੂਪੀ ਦਾਤ ਪਰਮਾਤਮਾ ਦੀ ਪ੍ਰਾਪਤ ਹੋ ਕੇ ਉਹਦੇ ਜੀਵਨ ਦੇ ਵਿੱਚੋਂ ਚੰਗੇ ਕਰਮਾਂ ਦੀ ਖੁਸ਼ਬੂ ਆਉਂਦੀ ਹੈ। ਤੇ ਭਗਤ ਜੀ ਕਹਿੰਦੇ ਨੇ ਤੁਮ ਚੇ ਪਾਰਚ ਪਾਰਸ ਹਮ ਚੇ ਲੋਹਾ, ਸੰਗੇ ਕੰਚਨ ਭੈਲਾ। ਹੇ ਪ੍ਰਮਾਤਮਾ ਤੂੰ ਪਾਰਸ ਹੈ, ਗੁਰ ਪਾਰਸ ਹਮ ਲੋ ਮਿਲ ਕੰਚਨ ਵਾਰੋ। ਹੇ ਵਾਹਿਗੁਰੂ ਪਰਮਾਤਮਾ ਤੂੰ ਪਾਰਸ ਹੈ, ਮੈਂ ਮਨੂਰ ਲੋਹੇ ਦੀ ਨਿਆਈ ਹਾਂ। ਜਦੋਂ ਤੇਰਾ ਸੰਗ ਹੋਇਆ, ਤੇਰਾ ਅਹਿਸਾਸ ਹੋਇਆ, ਤੇਰੀ ਬੰਦਗੀ ਕੀਤੀ, ਤੇਰੀ ਬੰਦਗੀ ਦੀ ਬਰਕਤ ਦੇ ਨਾਲ ਮੈਂ ਲੋਹੇ ਵਰਗਾ ਮਨੂਰ ਸੀ, ਮੈਂ ਵੀ ਕੰਚਨ ਹੋ ਗਿਆ, ਮੇਰਾ ਵੀ ਜੀਵਨ ਸੋਹਣਾ ਬਣ ਗਿਆ। ਤੁਮ ਦਇਆਲ ਰਤਨ ਲਾਲ, ਨਾਮ ਸਾਚ ਸਮਾਇਲਾ। ਤੂੰ ਦਇਆਵਾਨ, ਤੇਰਾ ਨਾਮ ਰਤਨ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਤੇਰੇ ਵਿੱਚ ਤੇਰੀ ਬੰਦਗੀ ਕਰਕੇ ਸਮਾ ਗਿਆ। ਕਦੋਂ? ਜਦੋਂ ਤੇਰੀ ਬੰਦਗੀ ਕੀਤੀ, ਜਦੋਂ ਤੇਰਾ ਵਿਸ਼ਵਾਸ ਬਣਿਆ, ਜਦੋਂ ਤੇਰਾ ਅਹਿਸਾਸ ਹੋ ਗਿਆ। ਤੇ ਜਦੋਂ ਅਹਿਸਾਸ ਹੋਇਆ ਤੇ ਫਿਰ ਇਹ ਅਹਿਸਾਸ ਸੰਸਾਰ ਸਾਹਮਣੇ ਰੱਖ ਦਿੱਤਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਤੇ ਤਰੁੱਠਣ, ਸਾਡੇ ਜੀਵਨ ਵਿੱਚ ਵੀ ਕਿਤੇ ਇਹ ਅਹਿਸਾਸ ਬਣੇ। ਅਸੀਂ ਈਰਖਾ ਵੈਰ ਵਿਰੋਧ ਦੁਈ ਦਵੈਸ਼ ਨਫ਼ਰਤ ਛੱਡ ਕੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦੀਸੈ ਬਾਹਰਾ ਜੀਓ ਵਾਲੀ ਵਿਚਾਰਧਾਰਾ ਦੇ ਧਾਰਨੀ ਬਣੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਅਸੀਸ ਬਖਸ਼ਣੀ, ਮਿਲੀ ਹੋਈ ਸੇਵਾ ਗੁਰਮਤਿ ਦੇ ਦਾਇਰੇ ਦੇ ਵਿੱਚ ਰਹਿ ਕੇ ਨਿਭਾ ਸਕੀਏ ਤੇ ਇਹ ਗੁਰੂ ਚਰਨਾਂ ਵਿੱਚ ਸਦਾ ਪ੍ਰਣ ਕਰੀਏ। ਜੋ ਗੁਰੂ ਦਾ ਹੁਕਮ ਹੈ ਉਸ ਹੁਕਮ ਨੂੰ ਸਦਾ ਮੰਨੀਏ। ਤੇ ਗੁਰੂ ਨੇ ਹੁਕਮ ਕੀ ਕੀਤਾ ਸਾਡੇ ਵਾਸਤੇ? ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬਹੁ ਚਾਹੈ ਖੋਜ ਸ਼ਬਦ ਮੈਂ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ